मैं ये नहीं सी किया कि मेरे बच्चे मैनू मार के दे देवो। मैनू मेरा बच्चा वापस मंगा, मैनू खून दा बदला खून देवन। मेरे कोल कुछ नहीं हैगा बच्चा दे सिवा। मेरा मुतालबा है कि मेरी बच्ची में इंसाफ दिता जाए। वो बच्ची बहुत गरीब है, मैं भी गरीब है। मैं फेरी करने वाला बंदा ते बच्चा जरा ना परेशानी बहुत ज्यादा है। मेरे भाई का इंसाफ चाहिए। कारी साहब ने झूठ बोला है तो उसको दौरे पड़ते हैं। साहब को ये नहीं कहा था कि उसकी जान ही दे दे। उन्होंने मेरा भाई जब हमारा मुर्गे चपेटे टांगे, हमारी पेट में भरा, हमारा पैंप हमारे गले के साथ दोनों साइडों से इधर से और इधर से सरब भरा। जब खून नीचे गिरा तो फर्श धो दिया। उन्होंने गर्दन दबा के मेरे भाई को मार दिया। 2 लड़के मेरे भाई को अंदर ले गए, एक ने मुझे पकड़ लिया, मारने लगा। उन्होंने कहा अगर तूने घर पे बताया इससे भी भारी मौत मारेंगे। अस्पताल आया तो गए 2 घंटे हो गए फोत होए ਨੂੰ ਮੱਥਾ ਸਾਰਾ ਜ਼ਖਮੀ ਸੀ। ਜਦੋਂ ਬਾਅਦ ਜਦੋਂ ਚੀਜ਼ਾਂ ਵਹਾਈਆਂ ਨੇ ਉਹ ਤੋਂ ਬਾਅਦ ਹੀ ਗੱਲ ਉਹਨਾਂ ਪੁਲਿਸ ਮੰਗਾਈ। ਐਸਓਚਓ ਇਹ ਸਾਨੂੰ ਨਾਲ ਰਿਪੋਰਟ ਲਿਆ ਕੇ ਦੇ ਰਿਹਾ, ਨਾ ਲੈਣ ਨਾ ਦੇਣ, ਕੋਈ ਸਾਡੀ ਸੁਣਦਾ ही नहीं ਪਿਆ। पुलिस ने तो फिलहाल कोई काम नहीं किया। बिस्मिल्लाहिर्रहमानिर्रहीम, आप देख रहे हैं एक न्यूज़ और मैं हूं आपका होस्ट समीउल जट। आज मैं मौजूद हूं कसूर के नवाही इलाका राव खान वाला में, जहां पे जो है एक अफसोसनाक वाकया पेश आया, जिसमें जो है वो 8 साला रेहान जो है वो दीन की तालीम हासिल करने के लिए जो है वो अपने मदरसे जाता है और उसके बाद जो है उसके घर वालों को खबर मिलती है कि आपका बच्चा जो है इस वक्त उसकी तबीयत बहुत ज्यादा खराब है, आप जल्दी से जब हॉस्पिटल इसको लेके जाएं। इधर पहुंचे, जब ये घर वाले उधर जाते हैं तो उस बच्चे को पकड़ते हैं तो और उस बच्चे को जो है फौरी तौर पर डिस्ट्रिक्ट बाबा बुल्ले शाह अस्पताल लेके जाते हैं। तो वहां पर जो है इंकशाफ ये होता है कि डॉक्टरों ने का यही कहना है कि बच्चा अब से 2 घंटे पहले जो है वो इस वक्त फौत हो चुका है, तो आप इस वक्त को अब क्यों लेके आ रहे हो। तो इसकी वजह से जो है घर वाले जो है वो हैरान परेशान हो जाते हैं। नन्ना रेहान जो है वो 8 साल दीन की तालीम हासिल करने गया, आज जो है वो मनो मट्टी के नीचे जो है वो इस वक्त सो चुका है। घर वाले जो है वो इस वक्त शदीद परेशान है, इंसाफ का मुतालबा करते दिखाई दे रहे हैं। इनसे जानते इस हवाले से उनका क्या कहना। ਤੇ ਦੱਸੋ ਕੀ ਕਹੋਗੇ, ਰਿਹਾਨ ਤੁਹਾਡਾ ਕੀ ਲੱਗਦਾ ਸੀ? ਪੋਤਰਾ ਜੀ। ਤੁਹਾਡਾ ਸੱਕਾ ਪੁੱਤਰ ਲੱਗਦਾ ਹਾਂਜੀ ਤੇ ਕਿਸ ਤਰ੍ਹਾਂ ਸਾਰਾ ਅਫਸੋਸਨਾਕ ਵਾਕਿਆ ਹੋਇਆ, ਕਿਸ ਤਰ੍ਹਾਂ ਸਾਰੀ ਗੱਲ ਜੀ ਦੱਸੋ। ਸਰ ਜੀ, ਸ਼ਾਮ ਨੂੰ ਅਸੀਂ ਉਹਦੇ ਪੜ੍ਹਨ ਵਾਸਤੇ ਛੱਡ ਕੇ ਆਉਂਦੇ ਪਏ ਹਾਂ। ਜਿਸ ਵਕਤ ਰਾਤ ਪੈਂਦੀ ਹੈ, ਰਾਤ ਦੇ 12 ਵਜੇ 12:24 ਦੇ ਬੁਲਾਇਆ ਜਾਂਦਾ। ਮੈਂ ਵੀ ਮੇਰੇ ਕੋਲ ਤਾਂ ਰਕਸ਼ਾ ਵੀ ਇੱਥੇ ਘਰ ਨਹੀਂ ਹੈਗਾ, ਮੈਂ ਆਉਣਾ ਕਾਹਦੇ 'ਤੇ ਹੈ। ਅਸੀਂ ਨਹੀਂ ਜਿਵੇਂ ਵੀ ਤੂੰ ਆ ਸਕਣਾ ਤੇ ਆ। ਮੈਂ ਫਿਰ ਮੁੰਡੇ ਨੂੰ ਜਗਾ ਕੇ ਉੱਥੇ ਪਹੁੰਚਿਆ। ਜਿਸ ਵਕਤ ਉੱਥੇ ਪਹੁੰਚਿਆ ਤੇ ਕਹਿਣ ਲੱਗਾ ਵੀ ਉਤਲੀ ਨਾ ਥੱਲੇ। ਮੈਂ ਠੀਕ ਹੈ ਜੀ। ਮੁੰਡਾ ਮੈਂ ਝੋਲੀ 'ਚ ਪਾਇਆ ਤੇ ਹਸਪਤਾਲ ਆ ਗਿਆ। ਜਿਸ ਹਸਪਤਾਲ ਆਇਆ ਤੇ ਆਖਿਆ ਕਿ 2 ਘੰਟੇ ਹੋ ਗਏ ਨੇ ਫੌਤ ਹੋਏ ਨੂੰ, ਤੇ ਤੁਸੀਂ ਮਰਿਆ ਚੁੱਕੀ ਫਿਰ ਰਹੇ। ਉਸ ਤੋਂ ਬਾਅਦ ਇਹ ਕਹਿਣ ਲੱਗੇ ਆਪਣਾ ਡਾਕਟਰ ਜਿਹੜੇ ਨੇ ਇਹ ਜੀ ਪੁਲਿਸ ਕੇਸ ਹੈ। ਮੈਂ ਕਿਹਾ ਵੀ ਇਹ ਪੁਲਿਸ ਕੇਸ ਇਹ ਬਣਿਆ ਕੀ? ਉਹਨੇ ਕਿਹਾ ਵੀ ਆਹ ਵੇਖ ਕੀ ਬਣਿਆ ਪਿਆ। ਫਿਰ ਜਿਸ ਟਾਈਮ ਬੱਚੇ ਨੂੰ ਤੁਸੀਂ ਦਿਖਾਇਆ, ਬੱਚੇ ਦੇ ਤਸ਼ੱਦਦ ਦੇ ਨਿਸ਼ਾਨ ਮੌਜੂਦ ਸਨ? ਮੌਜੂਦਾ ਮੱਥਾ ਸਾਰਾ ਜ਼ਖਮੀ ਸੀ। ਠੀਕ ਹੈ। ਪਹਿਲੇ ਮੈਂ ਇਹ ਵੇਖਿਆ ਕਿ ਜਦੋਂ ਬਾਅਦ 'ਚ ਉਹਨਾਂ ਚੀਜ਼ਾਂ ਵਿਖਾਈਆਂ ਨੇ ਉਹ ਤੋਂ ਬਾਅਦ ਹੀ ਗੱਲ ਹੈ। ਅੱਛਾ, ਜਿਹਲੇ ਇਹ ਵੇਖੀਆਂ ਤੇ ਮੈਂ ਆਪਣਾ ਠੀਕ ਹੈ, ਮੈਂ ਮੰਗਾ ਲਓ ਪੁਲਿਸ ਆਪਣੀ। ਤੁਸੀਂ ਉਹਨਾਂ ਪੁਲਿਸ ਮੰਗਾਈ, ਉਹਨਾਂ ਕਿਹਾ SHO ਨੂੰ ਫੋਨ ਕੀਤਾ, SHO ਆ ਗਿਆ। ਮੁੜ ਕੇ ਉਹਨੇ SHO ਨੇ ਆਪਣਾ ਕੋਈ ਆਪਣਾ ਨਹੀਂ ਛੱਡਿਆ, SP ਵਗੈਰਾ ਇਹ ਉਹ ਸਾਰੇ ਸੱਦੇ। DPO ਆ ਗਿਆ। DPO ਨੇ ਐਵੇਂ ਕਹਾਂ ਵੀ ਉਹਦੀ ਲੱਤ ਚੁੱਕ, ਸਾਈਡ ਚੁੱਕ, ਬਾਂਹ ਚੁੱਕ, ਉਹਨੂੰ ਸਾਰਾ ਚੈੱਕ ਕੀਤਾ ਡਾਕਟਰ ਨੂੰ ਕਹਿ ਕੇ। DPO ਕਹਿਣ ਲੱਗਾ ਵੀ ਤੁਸੀਂ ਇੰਝ ਕਰੋ, ਇਹਦੀ ਜਲਦੀ ਮੈਨੂੰ ਰਿਪੋਰਟ ਦਿਓ ਜੀ। 15 ਜੁਲਾਈ ਨੂੰ ਇਹ ਅਫਸੋਸਨਾਕ ਵਾਕਿਆ ਪੇਸ਼ ਹੁੰਦਾ ਹੈ। ਅੱਜ ਜਿਹੜਾ ਹੈ 15 ਜੂਨ ਸੌਰੀ, ਅੱਜ ਇਸ ਵਾਕਿਆ ਨੂੰ ਵੀ ਕੋਈ 16-17 ਦਿਨ ਹੋ ਚੁੱਕੇ ਨੇ। 16-17 ਦਿਨਾਂ ਦੇ ਅੰਦਰ ਤੁਹਾਡੇ ਤੱਕ ਪੁਲਿਸ ਨੇ ਕੀ ਰਾਬਤਾ ਕੀਤਾ ਹੈ, ਕਿੱਥੋਂ ਤੱਕ ਕੇਸ ਪਹੁੰਚਿਆ ਹੈ, ਤੁਹਾਡਾ ਕੀ ਮੁਤਾਲਬਾ ਹੈ, ਕਿਹਦੇ ਤੇ ਤੁਹਾਨੂੰ ਸ਼ੱਕ ਹੈ, ਕੀ ਕਹਿਣਾ ਚਾਹੋਗੇ? ਸਰ ਜੀ, ਸਾਨੂੰ ਮੁਤਾਲਬਾ ਇਹ ਆ ਕਿ ਵੀ SHO ਇਹ ਸਾਨੂੰ ਨਾਲ ਰਿਪੋਰਟ ਲਿਆ ਕੇ ਦੇ ਰਿਹਾ, ਨਾ ਲੈਣ ਨਾ ਦੇਣ, ਕੋਈ ਸਾਡੀ ਸੁਣਦਾ ਹੀ ਨਹੀਂ ਪਿਆ। ਠੀਕ ਹੈ। DPO ਤੱਕ ਵੀ ਗਏ ਆ। DPO ਨੇ ਮੁੰਡੇ ਨੂੰ ਹੌਸਲਾ ਦਿੱਤਾ। ਕੀ ਪਤਾ ਹੁਣ ਕੀ, ਮੈਨੂੰ ਉਹਦੇ ਬਿਆਨਾਂ ਦਾ ਨਹੀਂ ਪਤਾ ਵੀ ਕੀ ਹੌਸਲਾ ਦਿੱਤਾ ਹੈ। ਤੇ SHO ਦਾ ਮੱਥੇ ਨਹੀਂ ਲੱਗਦਾ ਪਿਆ ਉਸ ਦਿਨ। ਤੁਹਾਨੂੰ ਕੀ ਸ਼ੱਕ ਹੈ ਤੁਹਾਡੇ ਬੱਚੇ ਨੂੰ ਕਿਹਨੇ ਮਾਰਿਆ ਹੈ, ਕੀ ਕਹਿਣਾ ਤੁਹਾਡਾ? ਜ਼ਾਹਿਰ ਸਾਨੂੰ ਮਦਰਸੇ 'ਚ ਮਰਿਆ ਲੱਭਿਆ, ਚਾਹੇ ਕਾਰੀ ਨੇ ਮਾਰਿਆ, ਚਾਹੇ ਕਾਰੀ ਮੁੰਡਿਆਂ ਨੇ ਮਾਰਿਆ, ਕੋਈ ਨਾ ਕੋਈ ਤਾਂ ਹੈ ਨਾ, ਕੋਈ ਨਾ ਕੋਈ ਤਾਂ ਹੈ ਨਾ। ਬੰਦੇ ਅੰਦਰ ਹੀ ਹੈ ਨਾ, ਕੋਈ ਬਾਹਰੋਂ ਤਾਂ नहीं आए। नन्ना रेहान जो है वो इस वक्त मनो मट्टी के नीचे जो है वो सो चुका है। मेरे साथ उसकी वालदा है जो इस वक्त गम से निडाला। मैं उठ खड़े हुआ जी। ते ये दसो कि रेहान नूं कितनी देर होगी मदरसे जांदे नूं? रेहान नूं होगा ना 4 महीने होगा मदरसे में जा रहा। की पढ़दा सी, हिफज करदा पिया सी कि नहीं, अभी शुरू स्टार्टिंग किया सी।
अच्छा ਪੜ੍ਹਨ ਕੇ ਲਈ ਦੋਨੋਂ ਭਾਈ ਜਾਂਦੇ ਸੀ। ਉਹਨਾਂ ਨੂੰ ਕਾਰੀ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਨੂੰ ਇੱਥੇ ਰਹਿਣ ਦਿਓਗੇ ਨਾ ਤੇ ਇੱਥੇ ਪੜ੍ਹਨਗੇ ਤੇ ਸਹੀ ਰਹਿਣਗੇ। ਘਰ ਬੱਚੇ ਜਾ ਕੇ ਨਾ ਆਰੇ ਲੱਗ ਜਾਂਦੇ ਨੇ, ਜ਼ਿੱਦ ਕਰਨ ਲੱਗ ਪੈਂਦੇ ਨੇ, ਫਿਰ ਬੱਚਾ ਸਹੀ ਨਹੀਂ ਪੜ੍ਹਦਾ ਹੈਗਾ। ਤੇ ਉਹਨਾਂ ਨੇ ਇਸ ਵਾਸਤੇ ਕਿਹਾ ਸੀ ਕਿ ਸਾਨੂੰ ਬੱਚਾ ਇੱਥੇ ਹੀ ਛੱਡ ਜਾਵੋ ਤੇ ਮੈਂ ਬੱਚੇ ਪੜ੍ਹਨ ਵਾਸਤੇ ਖਿਲਾਏ ਸੀ। ਮੈਂ ਕਾਰੀ ਦੇ ਸਪੁਰਦ ਕਰਕੇ ਆਈ ਸਾਂ ਬੱਚੇ। ਮੈਂ ਇਹ ਨਹੀਂ ਸੀ ਕਿਹਾ ਕਿ ਮੇਰੇ ਬੱਚੇ ਮੈਨੂੰ ਮਾਰ ਕੇ ਦੇ ਦੇਵੋ। ਮੈਂ ਬੜੀ ਮਾੜੀ ਹਾਂ, ਮੇਰੇ ਨਾਲ ਇਨਸਾਫ ਕਰੋ। ਮੈਨੂੰ ਮੇਰਾ ਬੱਚਾ ਵਾਪਸ ਮੰਗਾ ਦਿਓ ਜਾਂ ਮੇਰੇ ਬੱਚੇ ਦੇ ਮੁਜਰਮ ਲਿਆ ਦੇਣ ਜਾਂ ਮੈਨੂੰ ਖੂਨ ਦਾ ਬਦਲਾ ਖੂਨ ਦੇਵਣ। ਮੈਂ ਬੜੀ ਮਾੜੀ, ਮੇਰੇ ਕੋਲ ਕੁਛ ਨਹੀਂ ਹੈਗਾ ਬੱਚਾ ਦੇ ਸਿਵਾ। ਮੇਰਾ ਬੱਚਾ ਮੈਨੂੰ ਵਾਪਸ ਦੇ ਦੇਵਣ। ਅੱਲਾ ਦੇ ਵਾਸਤੇ ਮੈਨੂੰ ਦਵਾਈਆਂ ਪਾਣੀ ਵੀ ਆ, ਮੈਂ ਕਦੇ ਦੀਆਂ ਦਵਾਈਆਂ ਕਰਦੀ। ਮੈਨੂੰ ਬੱਚਾ ਮੇਰਾ ਵਾਪਸ ਦੇ ਦਿਓ ਤੇ ਜਾਂ ਮੇਰੇ ਬੱਚੇ ਦੇ ਨਾਲ ਮੇਰਾ ਖੂਨ ਦਾ ਬਦਲਾ ਖੂਨ ਦੇ ਦੇ। ਮੈਨੂੰ ਇਨਸਾਫ ਚਾਹੀਦਾ। ਮਰੀਮ ਨਵਾਜ਼ ਸ਼ਰੀਫ ਸ਼ਬਾਜ਼ ਸ਼ਰੀਫ ਮੈਂ ਅਪੀਲ ਕਰਨੀ ਆ, ਮੇਰੇ ਬੱਚੇ ਨੂੰ ਵਾਪਸ ਦਵਾ ਦੇਵੋ। ਇਨਸਾਫ ਦਿਓ, ਮੇਰੇ ਨਾਲ ਇਨਸਾਫ ਕਰਾਵੋ ਕੋਈ। ਮੈਨੂੰ ਇਹ ਮੈਂ ਦੱਸੋ ਬੜੀ ਮਜਬੂਰ ਹੈਗੀ, ਮੈਂ ਬੱਚਾ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ। ਇੱਧਰ ਬਾਜੀ ਇਹ ਦੱਸੋ ਕਿ ਬੱਚਾ ਉੱਥੇ 4 ਮਹੀਨਿਆਂ ਤੋਂ ਜਾ ਰਿਹਾ ਸੀ ਉੱਥੇ ਪੜਨ, ਕਿ ਉਸ ਤੋਂ ਪਹਿਲਾਂ ਉਹਨੇ ਤੁਹਾਨੂੰ ਦੱਸਿਆ ਕਿ ਸਾਨੂੰ ਕਾਰੀ ਮਾਰਦਾ ਹੈ ਜਾਂ ਬੱਚੇ ਮਾਰਦੇ ਨੇ ਕੁਛ? ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਸੀ। ਬੱਚਿਆਂ ਨੇ ਕੋਈ ਨਹੀਂ ਘਰ ਆ ਕੁਛ ਦੱਸਦੇ ਸੀ। ਜੁਮੇਰਾਤ ਘਰ ਆਉਂਦੇ ਸੀ ਤੇ 8 ਦਿਨਾਂ ਬਾਅਦ ਬੱਚੇ ਘਰ ਆਉਂਦੇ ਸਨ, ਉੱਥੇ ਹੀ ਮਦਰਸੇ ਰਹਿੰਦੇ ਸਨ? ਹਾਂਜੀ ਮਦਰਸੇ 'ਚ ਰਹਿੰਦੇ ਸੀ। 8 ਦਿਨਾਂ ਬਾਅਦ ਘਰ ਆਉਂਦੇ ਸੀ ਤੇ ਛੁੱਟੀ। ਬਾਜੀ ਇਹ ਦੱਸੋ ਮਦਰਸੇ 'ਚ ਹੋਰ ਵੀ ਬੱਚੇ ਰਹਿੰਦੇ ਸਨ? ਹਾਂਜੀ ਹੋਰ ਵੀ ਹੈਗੇ ਸਨ ਬੱਚੇ। ਕਾਰੀ ਨੇ ਕਿਹਾ ਸੀ ਕਿ ਇੱਥੇ ਰਹਿਣਗੇ ਤੇ ਸਹੀ ਰਹਿਣਗੇ, ਮਹਿਫੂਜ਼ ਰਹਿਣਗੇ। ਬਾਜੀ ਮਦਰਸਾ ਅਸੀਂ ਵੇਖ ਕੇ ਆਏ ਹਾਂ ਰਾਸਤੇ ਦੇ ਵਿੱਚ। ਮਦਰਸਾ ਤੇ ਤੁਹਾਡੇ ਘਰ ਤੋਂ ਬਿਲਕੁਲ ਜਿਹੜਾ ਹੈ ਨਾ ਕੋਈ ਇੰਨਾ ਜ਼ਿਆਦਾ ਦੂਰ ਨਹੀਂ, ਤਾਂ ਫਿਰ ਵੀ ਨਿੱਕੇ ਨਿੱਕੇ ਬੱਚਿਆਂ ਨੂੰ ਤੁਸੀਂ ਉੱਥੇ ਮਦਰਸੇ ਕੋ ਰਹਿਣ ਦਿੱਤਾ? ਕਾਰੀ ਸਾਹਿਬ ਨੇ ਕਿਹਾ ਸੀ ਕਿ ਬਾਜੀ ਇੱਥੇ ਰਹਿਣ ਦਿਓਗੇ ਨਾ ਤੇ ਬੱਚੇ ਸਹੀ ਪੜ੍ਹਨਗੇ। ਘਰ ਬੱਚੇ ਚਲੇ ਜਾਂਦੇ ਨੇ, ਜ਼ਿੱਦਬਾਜ਼ੀ ਕਰਦੇ ਨੇ, ਟੀਵੀ ਦੇ ਆਰੇ ਲੱਗ ਜਾਂਦੇ ਨੇ, ਮਾਂ ਕੋਲੋਂ ਨਹੀਂ ਸੰਭਲਦੇ। ਬਾਜੀ ਨਹੀਂ ਬੱਚੇ ਉੱਥੇ ਹੋਰ ਵੀ ਪੜ੍ਹਦੇ ਨੇ, ਬੱਚੇ ਉੱਥੇ ਹੋਰ ਵੀ ਪੜ੍ਹਦੇ ਨੇ, ਲੇਕਿਨ ਸਿਰਫ 5 ਬੱਚੇ ਸਨ ਜਿਹੜੇ ਉੱਥੇ ਰਹਿੰਦੇ ਸਨ। ਆਖਰ ਕੀ ਵਜ੍ਹਾ ਸੀ? ਗੁਰਬਤ ਵਜ੍ਹਾ ਸੀ? ਘਰ ਖਾਣ ਪਕਾਨ ਨੂੰ ਨਹੀਂ ਹੈਗਾ ਸੀ? ਕਾਰੀ ਨੇ ਕਿਹਾ ਸੀ ਕੀ ਮਜਬੂਰੀ ਐਸੀ ਕਿ ਤੁਸੀਂ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਆਪਣੇ ਉੱਥੇ ਮਦਰਸੇ 'ਚ ਛੱਡ ਦਿੱਤੇ? ਨਹੀਂ ਘਰ ਖਾਣ ਦੀ ਕੋਈ ਪਰੇਸ਼ਾਨੀ ਨਹੀਂ ਸੀ, ਪਰ ਬੱਚੇ ਨਾ ਆਪਸ ਵਿੱਚ ਨਾਲ ਲੜਾਈ ਝਗੜਾ ਕਰ ਲੈਂਦੇ ਸੀ। ਇਸ ਵਾਸਤੇ ਕਿਹਾ ਸੀ ਕਿ ਚੱਲ ਨਾਲੇ ਤਾਲੀਮ ਹਾਸਲ ਕਰਨ ਵਾਸਤੇ ਉਹਨਾਂ ਨੂੰ ਛੱਡਿਆ ਗਿਆ ਸੀ ਉੱਥੇ ਕਿ ਚੱਲ ਬੱਚੇ ਪੜ੍ਹਨਗੇ। ਸਕੂਲ ਦੇ ਵਿੱਚ ਨਾ ਪੜ੍ਹਦਾ ਨਹੀਂ ਸੀ, ਜ਼ਿੱਦ ਕਰਦਾ ਸੀ, ਕਹਿੰਦਾ ਸੀ ਮੈਂ ਨਹੀਂ ਜਾਣਾ। ਤੇ ਉੱਥੇ ਮਦਰਸੇ 'ਚ ਇਸ ਵਾਸਤੇ ਛੱਡਿਆ ਸੀ ਕਿ ਚੱਲ ਇੱਥੇ ਤਾਲੀਮ ਹਾਸਲ ਕਰ ਲੈਣਗੇ, ਪੜ੍ਹ ਲੈਣਗੇ। ਕਿੰਨੇ ਬੱਚੇ ਨੇ ਬਾਜੀ ਤੁਹਾਡੇ ਟੈਸਟ? ਕਿੰਨੇ ਬੱਚੇ ਸਨ? ਬੱਚੇ ਨੇ 5। ਤੇ ਉਹ ਕਿੰਨਵੇਂ ਨੰਬਰ ਤੇ ਸੀ ਬੱਚਾ ਰਿਹਾਨ? ਫਿਲਹਾਲ ਉਹ ਰਿਹਾਨ ਬੱਚਾ ਨਾ, ਇਹ ਮੇਰੇ 3 ਬੱਚੇ ਨੇ, ਮੇਰੀ ਦੂਸਰੀ ਸ਼ਾਦੀ ਹੈ। ਇਹਨਾਂ ਦੇ ਬਾਪ ਦੇ ਪਹਿਲੇ ਬੱਚੇ ਨੇ 2 ਉਹਨਾਂ ਦੇ ਨੇ, 3 ਬੱਚੇ ਮੇਰੇ ਨੇ। ਇਹ ਸਤੇਲਾ ਬਾਪ ਸੀ, ਪਰ ਸਤੇਲਾ ਵਾਲਾ ਉਹਨੇ ਕੰਮ ਨਹੀਂ ਰੱਖਿਆ। ਉਹਨੇ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਸਲੂਕ ਕੀਤਾ, ਪਰ ਇਹ ਨਹੀਂ ਕੰਮ ਕੀਤਾ। ਬੱਚੇ ਸਿਰਫ ਹੈਗਾ ਸੀ ਕਿ ਲੜਾਈ ਝਗੜਾ ਆਪਸ ਵਿੱਚ ਕਰ ਲੈਂਦੇ ਸੀ। ਇਸ ਵਜ੍ਹਾ ਤੋਂ ਕਿਹਾ ਸੀ ਕਿ ਚੱਲ ਇਹਨਾਂ ਨੂੰ ਉੱਥੇ ਛੱਡ ਦੇਣੇ। ਸਕੂਲ ਵੀ ਨਹੀਂ ਸੀ ਨਾ ਪੜ੍ਹਦੇ, ਘਰ ਵਿੱਚ ਲੜਾਈ ਕਰਦੇ ਸੀ, ਝਗੜਾ ਕਰਦੇ ਸੀ। ਇਸ ਵਾਸਤੇ ਉਹਨਾਂ ਨੂੰ ਉੱਥੇ ਛੱਡਿਆ ਗਿਆ ਸੀ। ਹੋਰ ਘਰ ਵਿੱਚ ਹੋਰ ਕੋਈ ਪਰੇਸ਼ਾਨੀ ਨਹੀਂ ਤੁਸੀਂ ਹੈਗੀ ਕੀ ਸੀ। ਕਹੋਗੇ? ਤੁਸੀਂ ਕੀ ਲੱਗਦੇ ਹੋ ਬੱਚੇ ਦੇ? ਬੱਚੇ ਦਾ ਨਾਮ ਕੀ ਮੁਤਾਲਬਾ ਕਰੋਗੇ? ਕੀ ਤੁਹਾਡੇ ਕੇਸ ਦੀ ਇਸ ਟਾਈਮ ਪੈਰਵਾਈ ਕੌਣ ਕਰਦੇ ਪਿਆ? ਦੱਸੋ ਕਿ ਕੀ ਮੁਤਾਲਬਾ ਕਰੋਗੇ ਵਜ਼ੀਰ ਆਲਾ ਕੋ? ਮੇਰਾ ਮੁਤਾਲਬਾ ਹੈ ਕਿ ਮੇਰੀ ਬੱਚੀ ਨੂੰ ਇਨਸਾਫ ਦਿੱਤਾ ਜਾਵੇ ਔਰ ਮੇਰੀ ਬੱਚੀ ਦੇ ਨਾਲ ਪੂਰਾ ਹੈਲਪ ਕੀਤੀ ਜਾਵੇ, ਕਿਉਂਕਿ ਬੱਚੀ ਬਹੁਤ ਗਰੀਬ ਹੈ, ਮੈਂ ਵੀ ਗਰੀਬ ਹਾਂ। ਮੈਂ ਇੱਕ ਫੇਰੀ ਕਰਨ ਵਾਲਾ ਬੰਦਾ ਤੇ ਬੱਚਿਆਂ ਨੂੰ ਜਿਹੜਾ ਨਾ ਪਰੇਸ਼ਾਨੀ ਬਹੁਤ ਜ਼ਿਆਦਾ ਹੈ, ਲੇਕਿन मेरी बच्ची वास्ते जेड़ा कुछ ना कुछ। मेरे साथ इस वक्त नन्हे रेहान का जो है वो छोटा भाई भी मौजूद है, जो कि उस वक्त जो है वो मदरसे में ही मौजूद था, जिसकी जो है इसके से भी बात करते हैं। क्या कहोगे? किस तरह आपके भाई की जो है वो मौत वाक़या हुई? किस तरह आपके भाई को मारा? क्या कहते हो? जब आपका भाई जो है वहाँ पे बेहोश पड़ा था, कैसे पता चला आपको? मैं जब मेरे भाई को मार रहे थे, मैं था, उन्होंने मेरा भाई जब हमारा मुक्के चपेटे, टांगे मारी, पेट में भरा, हमारा पैंप मारे, टकरे मारी। जब वो नहीं मरा तो गले के साथ दोनों साइडों से इधर से और इधर से सर भरा उसका। फिर जब खून नीचे गिरा तो फर्श धो दिया। तो जब वो नहीं सही से मरा, उन्होंने गर्दन दबा के मेरे भाई को मार दिया। किसने आपके भाई को मारा? लड़कों ने। जो मदरसे में आपके साथ 3 आपके अलावा और बच्चे पढ़ते थे उन्होंने? हाँ जी, 3 लड़के उधर रहते थे और 2 हम भाई दोनों, बस 5 ही थे, बाकी अपने घर चले जाते थे। तो कारी साहब भी उधर थे, तो कारी साहब को नहीं आपने बताया कि बच्चे हमें मार रहे हैं?
मैं बताने जा रहा था, ये दो लड़के मेरे भाई को अंदर ले गए, एक ने मुझे पकड़ लिया, मारने लगा। मैंने कहा मैं अपने मम्मा पापा को बताऊंगा कि मेरे भाई को मारे। उन्होंने कहा अगर तूने घर पे बताया इससे भी भारी मौत मारेंगे। आपको पता चल गया था कि आपका भाई जो है वो फौत हो चुका है? हाँ जी, तब उसकी आवाजें निकल रही थी। ऐसे ऐसे आवाजें आ रही है। तो जब कारी साहब बाहर लेके गए तब उसकी आवाजें भी आने बंद हो। आपसे बड़ा था आपका भाई? छोटा। आपसे छोटा था? हाँ जी। आपको उसके अलावा इसके अलावा पहले भी कभी कारी साहब ने या बच्चों ने वहां पे मारा है? नहीं, कारी साहब भी मारते थे जब सबक नहीं उसको आता था। किससे मारते थे? किस चीज से मारते थे? सोटियां से। आपके ऊपर पहले भी इससे पहले तशद्दुद किया जाता था? नहीं। पहले नहीं, बस सूटियां नहीं मार दे सन। छोटा सा बच्चा है जो अपने भाई के साथ हुई वाली जो है वो तमाम की तमाम जो है वो दास्तान सुना रहा है। माँ जो है वो गम के मारे उससे जो है वो इस वक्त बोला नहीं जा रहा, अपनी दास्तान वो सुना रही है। नाना जो है इसके पूरा का पूरा खानदान जो है वो इस वक्त जो है वो इंसाफ की दुहाइयाँ देता हुआ जो वो दिखा रहे हैं। छोटी बहन भी उसकी मौजूद है, उनसे भी जानते हैं, उससे भी बेटा की सी तुहाडा भाई तो बड़ा दीन की तलीम हासिल करने गया सी, उत्थे किस तरह कहोगे तुसीं इंसाफ का मुतालबा करोगे? मुझे मेरे भाई का इंसाफ चाहिए। जब पहले घर आते थे तब भी कहते थे हमें लड़के मारते हैं। छोटा सा रेहान जो है वो दीन की तलीम हासिल करने गया, घर वालों ने जो है उसको भेजा कि वहाँ पर दीन की तलीम हासिल करेगा। वहाँ पे जो है वो नाक़िस इंतज़ाम की वजह से जो है वो बच्चा जो है वो आज अब्दी नींद सो चुका है। घर वाले और सारे जो है वो इस वक्त जो है वो आला हुकाम वज़ीर आला पंजाब और DPO कसूर से जो है वो शफाफ तहकीकात का जो है वो मुतालबा करते हुए दिखाई दे रहे हैं। मेरे साथ और भी उसकी खाला भी मौजूद है, उनसे जाते कैसा था रेहान? यहाँ पे सारी उम्र वो रहा है, कैसा था? 6-7 साल वहाँ गुजारे यहाँ पे। वो बिल्कुल ठीक था, कोई मसला नहीं। कारी साहब ने झूठ बोला है कि उसको दौरे पड़ते हैं, वो बिल्कुल ठीक था। हमारी बहन ने पढ़ने के लिए भेजा था, कारी साहब को यह नहीं कहा था कि उसकी जान ही दे दे। कारी साहब ने जान लेके फिर इन्होंने फोन किया कि आगे बच्चा ले जाओ, बच्चे की तबीयत बहुत ख़राब है। इसने सीधा जब स्टील बाग लेके गए, उन्होंने कहा 2 घंटे पहले मर चुका है। इसकी मौत का जिम्मेदार तो कारी साहब है, हम तो नहीं है। हमें इंसाफ चाहिए। हम मरियम नवाज से अपील करते हैं कि हमें इंसाफ चाहिए। हमारी बहन अब इस वक्त इस हालत में है, आपको पता है ना। सारा खानदान जो है वो इस वक्त इंसाफ की दुहाइयाँ देता हुआ नजर आ रहा है। साफ और साफ जो है तहकीकात का जो है वो मुतालबा करते दिखाई दे रहे हैं। पोस्टमार्टम जब हुआ था उस वक्त जब आप उसको हॉस्पिटल लेके गए, जब पता चला कि इसको तशद्दुद के साथ जो है वो कत्ल कर दिया गया है, उसको मार दिया गया है, और उसके बाद जो है पोस्टमार्टम रिपोर्ट आ चुकी है? नहीं है। मेरे साथ उस बच्चे का जो है वो वालिद भी मौजूद है, उससे भी जानते हैं उस हवाले से उनका क्या कहना है। आप क्या काम करते हैं? मिस्त्रियों का काम करते हैं। क्या नाम क्या आपका? अल्लाह रखा। मुझे ये बताओ कि जब आप उसको हॉस्पिटल लेके गए तो उसके बाद जो है वो क्या उन्होंने आपको कहा, और उसके बाद पुलिस ने आपके साथ क्या तामुन किया, क्या किया? पुलिस ने तो फिलहाल कोई काम नहीं किया। SHO ने ये तसल्ली दी थी कि पोस्टमार्टम करवाओगे तो सब पता चल जाएगा, मगर वो रिपोर्ट भी हमें अभी तक नहीं मिली। आपका एक तरफ आपका बच्चा कह रहा है कि उसको जो है वो सर से खून निकल रहा था, आपको कारी साहब ने क्या बताया कि क्या हुआ है, किस बच्चों ने मारा है, नीचे चोट लगी है, गिरा है, क्या हुआ है? उसने कुछ भी नहीं बताया। अच्छा, उसने यही कहा कि इसकी नब्ज़ चल रही है, पर नब्ज़ नहीं चल रही तो वैसे ही था जैसे हम हॉस्पिटल ले गए। छोटा जो है वो रेहान इस वक्त जो है वो अपनी कब्र के अंदर जो है वो लेट चुका है, और ये घर वाले इस वक्त इंसाफ की दुहाइयाँ देते हुए दिखाई दे रहे हैं। इन सब का यही मुतालबा है कि हमारे केस को जो है वो स्पेशल ट्रीट किया जाए। नन्ना रेहान जो दीन की तलीम हासिल करने गया था उसको यहाँ पे जो है वो इंसाफ मिले, और घर ताकि इस माँ दुखियारी माँ को जो है जिसके छोटे छोटे बच्चे हैं उसको जो है वो इंसाफ मिल सके। उसको जो है वो ये आपने जो है वो दर्द की दास्तान सुनाती हुई दिखा रही है कि अगर मेरे बेटे को जो है इंसाफ मिलेगा तो इसके भी जो है वो तकलीफ में जो है वो कमी वाक़या होगी। इसी के साथ अपने मेज़बान शमीला जट को दीजिएगा इजाज़त, मिलते हैं नेक्स्ट स्टोरी के साथ। अल्लाह निगहबान।